ਚੰਡੀਗੜ੍ਹ ਵਿਖੇ 29 ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤੀਆਂ ਗਈਆਂ ਤੇ ਇਹ ਪਹਿਲਾਂ ਵੀ ਅਸੀਂ ਪੰਜਾਬ ਰੋਡਵੇਜ਼ ਦੀਆਂ ਪੱਟੀ ਡਿਪੂ ਤੋਂ 28 ਬੱਸਾਂ ਕੁਝ ਦਿਨ ਪਹਿਲਾਂ ਹੀ ਭੇਜੀਆਂ ਗਈਆਂ। ਇਹਦੇ ਨਾਲ ਜਿਹੜਾ ਟਰਾਂਸਪੋਰਟ ਮਾਫੀਆ, ਪ੍ਰਾਈਵੇਟ ਮਾਫੀਆ, ਉਹਨੂੰ ਠੱਲ ਪਾਉਣ 'ਚ ਵੱਡੀ ਸਫਲਤਾ ਮਿਲੇਗੀ। ਔਰ ਥੋੜੇ ਸਮੇਂ 'ਚ ਹੀ ਅਸੀਂ ਭਰਤੀ ਵੀ ਕਰਾਂਗੇ ਡਰਾਈਵਰਾਂ ਦੀ, ਕੰਡਕਟਰਾਂ ਦੀ, ਜਿੰਨੇ ਮੁਲਾਜ਼ਮਾਂ ਦੀ ਲੋੜ ਹੋਵੇਗੀ, ਤਾਂ ਜੋ ਅਸੀਂ ਪੰਜਾਬ ਦੇ ਮਾਲੀਏ ਨੂੰ ਬਚਾਉਣ ਲਈ, ਪੰਜਾਬ ਦੇ ਖਜ਼ਾਨੇ ਨੂੰ ਭਰਨ ਲਈ ਜਿਹੜਾ ਸਾਡਾ ਟਰਾਂਸਪੋਰਟ ਮਹਿਕਮਾ ਉਹਦਾ ਵੱਡਾ ਯੋਗਦਾਨ ਪਾ ਸਕੀਏ। ਮੰਤਰੀ ਸਾਹਿਬ ਇੱਕ ਜੁਰਮਾਨੇ ਦੀ ਗੱਲ ਕੀਤੀ ਸੀ ਕਿ ਜਿਹੜੀਆਂ ਬੱਸਾਂ ਇਲੀਗਲ ਫੜੀਆਂ ਬਿਲਕੁਲ ਇਨਲੀਗਲ ਬੱਸਾਂ ਜਿਹੜੀਆਂ ਵੋਲਵੋ ਬੱਸਾਂ ਦੂਜਿਆਂ ਰਾਜਾਂ 'ਚੋਂ ਆ ਕੇ ਇੱਥੇ ਟੈਕਸ ਦਿੱਤੇ ਤੋਂ ਬਿਨਾਂ ਇੱਥੋਂ ਆ ਕੇ ਵਾਪਸ ਚਲ ਜਾਂਦੀਆਂ ਸਨ, ਉਹਨਾਂ ਨੂੰ ਅੱਗੇ ਇੱਕ ਬੱਸ ਨੂੰ 55,000 ਦੇ ਕਰੀਬ ਜੁਰਮਾਨਾ ਪੈਂਦਾ ਸੀ। ਉਹ ਵੀ ਅਸੀਂ ਆਨਲਾਈਨ ਕਰਾਂਗੇ ਕਿ ਜੇ ਇੱਕ ਬੱਸ ਨੂੰ ਇੱਕ ਟਾਈਮ ਤੇ 55,000 ਜੁਰਮਾਨਾ ਪਵੇ ਤੇ ਉਹ ਆਨਲਾਈਨ ਹੋਵੇ। ਦੂਸਰੀ ਵਾਰ ਉਹਨੂੰ 1,08,000 ਤੇ ਉਦੋਂ ਅਗਲੀ ਵਾਰ ਉਹਨੂੰ ਇੰਪੋਰਟ ਕੀਤਾ ਜਾ ਸਕੇ, ਤਾਂ ਜੋ ਵਾਰ-ਵਾਰ ਕੱਲਾ 55,000 ਜੁਰਮਾਨਾ ਦੇ ਕੇ ਨਾ ਬਚ ਸਕੇ। ਉਹਨੂੰ ਪਤਾ ਹੋਵੇ ਕਿ ਜੇ ਅਸੀਂ ਇੱਥੇ ਨਜਾਇਜ਼ ਆਪਣੀਆਂ ਬੱਸਾਂ ਲੈ ਕੇ ਆਵਾਂਗੇ, ਨਜਾਇਜ਼ ਐਂਟਰੀ ਕਰਾਂਗੇ ਤੇ ਸਾਡੀਆਂ ਬੱਸਾਂ ਇੰਪੋਰਟ ਵੀ ਹੋ ਸਕਦੀਆਂ। ਤੇ ਜਿਹੜੀ ਪਹਿਲੀ ਸਰਕਾਰ ਦੇ ਸਮੇਂ ਸਾਡੀ ਪੀਆਰਟੀਸੀ ਨੂੰ ਆਮਦਨ ਸੀ, ਉਹ ਪਿਛਲੀ ਮਾਰਚ 2021 ਦੇ ਵਿੱਚ 1 ਕਰੋੜ 76 ਲੱਖ ਰੁਪਈਆ ਜਿਹੜਾ ਰੋਜ਼ ਦੀ ਆਮਦਨ ਸੀ, ਜਿਹੜੀ ਅੱਜ ਇਸ ਮਾਰਚ ਦੇ ਵਿੱਚ 2 ਕਰੋੜ 1 ਲੱਖ ਰੁਪਈਆ ਹੋ ਗਈ। ਸਾਡੀ ਸਰਕਾਰ ਦੇ ਦੌਰਾਨ ਇਹਨਾਂ 10 ਦਿਨਾਂ ਦੀ ਆਮਦਨ, ਅਪ੍ਰੈਲ ਦੇ 10 ਦਿਨਾਂ ਦੀ ਆਮਦਨ, ਇੱਕ ਦਿਨ ਦੀ ਰੋਜ਼ਾਨਾ ਦੀ 2 ਕਰੋੜ 20 ਲੱਖ ਰੁਪਈਆ ਰੇਸ਼ੋ ਆ ਰਹੀ ਆ, ਜਿਹੜੀ ਪਿਛਲੀ ਸਰਕਾਰ ਦੇ ਮੁਕਾਬਲੇ ਤੁਸੀਂ ਉਹਦਾ ਕੰਪੈਰੀਜ਼ਨ ਕਰ ਸਕਦੇ ਜੇ। 1 ਕਰੋੜ 76 ਲੱਖ ਸੀ ਰੋਜ਼ਾਨਾ ਦੀ, ਸਾਡੀ 2 ਕਰੋੜ 20 ਲੱਖ ਰੋਜ਼ਾਨਾ ਦੀ ਆਮਦਨ ਹੋ ਗਈ ਆ। ਲੀਕੇਜ ਕਿੱਥੇ ਸੀ? ਲੀਕੇਜ ਵੇਖੋ, ਹਰ ਥਾਂ ਦੇ ਲੀਕੇਜ ਆ। ਸਾਡੇ ਜਿਹੜੇ, ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਅਧਿਕਾਰੀ ਭ੍ਰਿਸ਼ਟ ਨੇ, ਕੁਝ ਅਧਿਕਾਰੀ ਵੀ ਰਲੇ ਆ। ਤੇ ਜਦੋਂ ਪੁਰਾਣੀਆਂ ਸਰਕਾਰਾਂ ਦੇ ਵਿੱਚ ਆਪਾਂ ਵੇਖਦੇ ਰਹੇ ਹਾਂ ਕਿ ਜਿਹੜੇ ਮੰਤਰੀ ਸੰਤਰੀ ਉੱਤੋਂ ਲੈ ਕੇ ਥੱਲੇ ਤੱਕ ਸਾਰਾ ਤਾਣਾ ਬਾਣਾ ਹੀ ਵਿਗੜਿਆ ਪਿਆ ਸੀ। ਤੇ ਵੇਖੋ ਚੰਗੀ ਸਰਕਾਰ ਬਣੀ ਹੈ, ਲੋਕਾਂ ਆਸ ਨਾਲ ਵੋਟ ਪਾਈ ਹੈ। ਜਿਹੜੀਆਂ ਬੱਸਾਂ ਤੁਸੀਂ ਨਵੀਆਂ ਆਉਣ ਪਾ ਰਹੇ ਹੋ, ਜਿਹੜੀਆਂ ਪਿਛਲੀ ਸਰਕਾਰ ਵੇਲੇ ਰਾਜਾ ਵੜਿੰਗ ਹੋਰਾਂ ਦੇ ਹੁੰਦਿਆਂ ਜਿਹੜੀਆਂ ਆਰਡਰ ਕੀਤੀਆਂ, ਕੀ ਉਸੇ ਲੋਟ ਦੇ ਵਿੱਚੋਂ ਆ ਰਹੀਆਂ? ਇਹ ਉਸੇ ਲੋਟ ਦੇ ਵਿੱਚੋਂ ਹੀ ਆ ਰਹੀਆਂ, ਜਿਹੜੀਆਂ ਉਸ ਲੋਟ ਦੇ ਵਿੱਚੋਂ ਰਹਿੰਦੀਆਂ ਬੱਸਾਂ ਸਨ। ਤੇ ਹੁਣ ਅਸੀਂ ਵੀ ਆਪਣੀ ਸਰਕਾਰ ਵੱਲੋਂ ਜਿੱਥੇ ਵੀ ਜ਼ਰੂਰਤ ਹੋਵੇਗੀ ਨਵੀਆਂ ਬੱਸਾਂ ਦੀ, ਨਵੇਂ ਮੁਲਾਜ਼ਮਾਂ ਦੀ, ਉਹ ਵੀ ਕੈਬਨਿਟ ਦੇ ਵਿੱਚ ਵਿਚਾਰ ਚਰਚਾ ਕਰਕੇ ਉਹ ਵੀ ਜਲਦੀ ਲਾਗੂ ਕਰਾਂਗੇ। ਹੁਣ ਸਰ ਪਨਬਸ ਦੇ ਕਰਮਚਾਰੀ ਹੜਤਾਲ ਤੇ ਬੈਠੇ ਨੇ, ਉਹ ਤਨਖਾਹ ਦੀ ਵੀ ਗੱਲ ਕਰ ਰਹੇ ਨੇ, ਹੋਰ ਵੀ ਕਈ ਸਾਰੀ ਮੰਗਾਂ ਨੇ, ਉਸ ਨੂੰ ਲੈ ਕੇ ਕੀ ਨੂੰ ਲੈ ਕੇ ਕੰਟੈਕਟ? ਵੇਖੋ, ਉਹ ਸਾਡੇ ਹੀ ਭੈਣ ਭਰਾ ਨੇ, ਸਾਡੇ ਪਰਿਵਾਰ ਦਾ ਹਿੱਸਾ ਨੇ, ਉਹਨਾਂ ਨੇ ਵੀ ਸਾਨੂੰ ਵੋਟਾਂ ਪਾਈਆਂ ਤੇ ਜੋ ਵੀ ਉਹਨਾਂ ਦੇ ਹੱਕ ਹਕੂਕ ਹੋਣਗੇ ਉਹਨਾਂ ਨਾਲ, ਉਹਨਾਂ ਦੇ ਭਰਾ ਦਾ ਵਾਅਦਾ, ਉਹਨਾਂ ਦੇ ਹੱਕ ਲਿਆ ਕੇ ਦੇਵਾਂਗੇ। ਬਾਕੀ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ, ਜਿੰਨੇ ਵੀ ਸਾਡੇ ਮੁਲਾਜ਼ਮ ਭਰਾ ਨੇ, ਕਿ ਆਪਾਂ ਇਸ ਮਹਿਕਮੇ ਨੂੰ ਚਲਾਉਣ ਲਈ ਆਪਾਂ ਬਹੁਤ ਜ਼ਿਆਦੀਆਂ ਵੇਖਦੇ, ਕਿਸੇ ਦੀ ਤੇਲ ਚੋਰੀ ਦੀ ਸ਼ਿਕਾਇਤ, ਕਿਸੇ ਦੀ ਟਿਕਟਾਂ ਦੀ ਸ਼ਿਕਾਇਤ। ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਜੇ ਤੁਹਾਨੂੰ ਅਸੀਂ ਬਹਾਲ ਕਰੀਏ ਤੇ ਗਾਂ ਆਪਾਂ ਇਮਾਨਦਾਰੀ ਨਾਲ ਚੱਲੀਏ, ਤੇ ਜਿਹੜੇ ਨੌਕਰੀ ਵੀ ਕਰਦੇ ਆ, ਰੈਗੂਲਰ ਚੱਲ ਰਹੇ ਆ ਜਾਂ ਕੰਟਰੈਕਟ ਬੇਸ ਤੇ ਚੱਲ ਰਹੇ, ਉਹਨਾਂ ਨੂੰ ਵੀ ਬੇਨਤੀ ਆ ਕਿ ਪੰਜਾਬ ਟਰਾਂਸਪੋਰਟ ਨੂੰ ਬਚਾਉਣ ਲਈ ਆਪਾਂ ਸਾਰੇ ਇਮਾਨਦਾਰ ਹੋ ਕੇ ਸਾਥ ਦੇਈਏ। ਜੇ ਇਹ ਟਰਾਂਸਪੋਰਟ ਮਹਿਕਮੇ ਦਾ ਮਾਲੀਆ ਰੈਵਨਿਊ ਵਧਦਾ ਤੇ ਅਸੀਂ ਵੀ ਕਿਤੇ ਨਾ ਕਿਤੇ ਜੇ ਕੋਈ ਕੰਟਰੈਕਟ ਬੇਸ ਤੇ ਹੋਵੇਗਾ ਉਹਦੀ ਵੀ ਤਨਖਾਹ ਵਧਾਉਣ ਬਾਰੇ ਸੋਚਾਂਗੇ। ਜਿਹੜੇ ਸਾਡੇ ਪੱਕੇ ਰੈਗੂਲਰ ਨੇ ਉਹਨਾਂ ਦੀਆਂ ਵੀ ਤਨਖਾਹਾਂ ਵਧਾਉਣ ਬਾਰੇ ਸੋਚਾਂਗੇ। ਪਰ ਜੇ ਸਾਡਾ ਮਹਿਕਮਾ ਸੈਂਕੜੇ ਕਰੋੜ ਘਾਟੇ ਵੱਲ ਜਾਂਦਾ ਰਿਹਾ ਤੇ ਇਹ ਮਹਿਕਮਾ ਵੇਖੋ, ਜਿਹੜੀਆਂ ਪਹਿਲੀਆਂ ਸਰਕਾਰਾਂ ਉਹਨਾਂ ਡੋਬਣ 'ਚ ਕੋਈ ਕਸਰ ਨਹੀਂ ਛੱਡੀ, ਕਿਉਂਕਿ ਟਰਾਂਸਪੋਰਟ ਮਾਫੀਆ 'ਚ ਕਿਤੇ ਨਾ ਕਿਤੇ ਪਹਿਲੀਆਂ ਸਰਕਾਰਾਂ ਦੇ ਸਾਬਕਾ ਮੰਤਰੀ, ਮੁੱਖ ਮੰਤਰੀ ਜਿਹੜੇ ਸਾਬਕਾ ਨਾਣਾ ਲੱਗ ਗਿਆ, ਉਹਨਾਂ ਨਾਲ ਹੀ ਪਰਿਵਾਰਾਂ ਦਾ ਦਬਦਬਾ ਰਿਹਾ। ਆਪੇ ਹੀ ਸਰਕਾਰਾਂ 'ਚ ਰਹੇ, ਆਪੇ ਕਾਨੂੰਨ ਬਣਾਉਂਦੇ ਰਹੇ, ਜਿਹਦਾ ਕਰਕੇ ਸਾਡੇ ਮਾਲੀਏ ਨੂੰ ਜ਼ਿਆਦਾ ਚੂਨਾ ਲੱਗਦਾ ਰਿਹਾ। ਮੰਤਰੀ ਜੀ, ਇਹ ਜਿਹੜਾ ਤੁਸੀਂ ਮਾਫੀਏ ਦੀ ਗੱਲ ਕੀਤੀ ਹੈ, ਇੱਕ ਡਿਊਬਿਲਿਟੀ ਚੱਲਦੀ ਹੈ, ਤੁਸੀਂ ਜਦੋਂ ਸਰਕਾਰ ਤੁਹਾਡੀ ਨਹੀਂ ਸੀ ਉਦੋਂ ਤੁਸੀਂ ਜਾਂਦੇ ਆ ਬਾਰ-ਬਾਰ ਇੱਥੇ ਬੱਸਾਂ ਸਵਾਰੀ ਚੱਕਦੇ ਆ ਪੰਜਾਬ ਤੋਂ ਦਿੱਲੀ 에ਅਰਪੋਰਟ ਤੱਕ ਜਾਂਦੇ ਆ। ਤੁਸੀਂ ਹੁਣ ਸਰਕਾਰ ਵਿੱਚ ਤੁਸੀਂ ਇਹਦੇ ਲੇਟੈਸਟ ਕੀ ਡਿਵੈਲਪਮੈਂਟ ਹੈ? ਦਿੱਲੀ 에ਅਰਪੋਰਟ ਤੇ ਬੱਸ ਜਾਏਗੀ ਤੇ ਪੰਜਾਬ 'ਚ ਜਿੱਦਾਂ ਉਹ ਸਵਾਰੀਆਂ ਚੱਕਦੇ ਨੇ, ਦੇਖੋ, ਉਹਨਾਂ ਕੋਲ ਪਰਮਿਟ ਨਹੀਂ ਹੈ। ਸਾਡੇ ਪੰਜਾਬ ਦੀਆਂ ਜਿਹੜੀਆਂ ਫਾਈਲਾਂ ਨੇ ਉਹ ਸੀਐਮ ਸਾਹਿਬ ਕੋਲ ਪਹੁੰਚ ਚੁੱਕੀਆਂ। ਸੀਐਮ ਸਾਹਿਬ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਉਹ ਵੀ ਪੰਜਾਬ ਬਾਰੇ ਸੰਸੀਅਰ ਨੇ। ਉਹ ਚਾਹੁੰਦੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਕਰਪਸ਼ਨ ਤੋਂ, ਭ੍ਰਿਸ਼ਟਾਚਾਰੀ ਤੋਂ ਮੁਕਤੀ ਮਿਲੇ ਤੇ ਜੋ ਵੀ ਪੰਜਾਬ ਦੇ ਹੱਕ ਹਕੂਕ ਹੋਣਗੇ ਉਹ ਵੀ ਇੱਥੋਂ ਬਾਰੇ ਸੋਚਣਗੇ ਤੇ ਅਸੀਂ ਵੀ ਲੈ ਕੇ ਆਵਾਂਗੇ ਜਲਦੀ। ਉਹਦੇ ਤੇ ਵੀ ਵਿਚਾਰ ਚਰਚਾ ਹੋ ਕੇ ਅਸੀਂ ਵੀ ਜਲਦੀ ਲਾਗੂ ਕਰਾਂਗੇ। ਡਿਵੈਲਪਮੈਂਟ ਹੋਈ ਹੈ ਹਾਲੇ ਕਿ ਹਾਲੇ ਤੁਸੀਂ ਕਿਹਾ ਸੀ ਕਿ ਕੁਝ ਅਸੀਂ ਕਰਨ ਜਾ ਰਹੇ ਹਾਂ ਜਲਦੀ, ਤੇ ਕੀ ਡਿਵੈਲਪਮੈਂਟ ਹੋਈ ਹੈ? ਕਰਾਂਗੇ ਤਕਰੀਬਨ, ਵੇਖੋ ਆਨਲਾਈਨ ਕਰਾਂਗੇ ਤੇ ਤਾਂ ਹੀ ਸਾਰਾ ਭ੍ਰਿਸ਼ਟਾਚਾਰ ਨੂੰ ਠੱਲ ਪਵੇਗੀ। ਜਿਹੜੇ ਆਪਣੇ ਪਰਮਿਟ ਨੇ, ਇੱਕ ਪਰਮਿਟ ਇੱਕ ਬੱਸ, ਉਹ ਵੀ ਨੀਤੀ ਜਲਦ ਲਾਗੂ ਕਰਾਂਗੇ ਤੇ ਪਰਮਿਟ ਆਨਲਾਈਨ ਹੋਣਗੇ। ਇਹ ਨਹੀਂ ਹੋਵੇਗਾ ਕਿ ਇੱਕ ਪਰਮਿਟ ਤੇ 5-5 ਬੱਸਾਂ ਚੱਲੀ ਜਾਣ, 4-4 ਬੱਸਾਂ ਚੱਲੀ ਜਾਣ। 에ਅਰਪੋਰਟ ਜਾਂਦੇ ਸਵਾਰੀਆਂ ਜਲੰਧਰ ਤੋਂ ਅੰਮ੍ਰਿਤਸਰ ਦੇ ਵਿਚਕਾਰ ਚੱਕਦੇ, ਤੁਸੀਂ ਹੁਣ ਸਰਕਾਰ ਚੱਕੇ ਕਿੰਨੇ ਚਲਾਨ ਕੀਤੇ ਉਹਨਾਂ ਦੀ ਬਾਦਲ ਦੀ ਬੱਸਾਂ ਦੇ? ਵੇਖੋ, ਅਜੇ ਕੁਝ ਦਿਨ ਹੀ ਹੋਇਆ, 1 ਮਹੀਨੇ ਦੇ ਲਗਭਗ ਹੋਇਆ।
ਤੇ ਇਹਦੇ ਤੇ ਪੂਰੀ ਅਸੀਂ ਛਾਣਬੀਨ ਕਰਕੇ ਕਰਾਂਗੇ। ਇਹ ਨਹੀਂ ਕਿ ਜਿਵੇਂ ਰਾਜੇ ਵੜਿੰਗ ਨੇ ਪਿਛਲੀ ਵਾਰ ਜਿਹੜਾ ਸਾਬਕਾ ਮੰਤਰੀ ਰਿਹਾ ਉਸ ਪਰਿਵਾਰ ਦੀਆਂ ਬੱਸਾਂ ਬੰਦ ਕੀਤੀਆਂ ਤੇ ਹਾਈ ਕੋਰਟ ਨੇ ਫੇਰ ਚਾਲੂ ਕਰਤੀਆਂ ਤੇ ਲੋਕਾਂ ਵਾਸਤੇ ਉਹ ਹਾਸੋ ਹੀ ਨਾ ਬੰਦਾ ਰਿਹਾ। ਪਹਿਲਾਂ ਤੇ ਬੜਾ ਵਧੀਆ ਲੱਗਾ ਕਿ ਬਾਦਲ ਪਰਿਵਾਰ ਦੀਆਂ ਬੱਸਾਂ ਬੰਦ ਕਰਤੀਆਂ, ਪਰ ਜਦੋਂ ਹਾਈ ਕੋਰਟ ਨੇ ਚਲਾਈਆਂ ਤੇ ਉਹ ਬੜਾ ਲੋਕਾਂ ਨੂੰ ਹੋਰ ਤਰ੍ਹਾਂ ਲੱਗਾ। ਅਸੀਂ ਜੇ ਕਿਸੇ ਨੂੰ ਹੱਥ ਪਾਵਾਂਗੇ ਤੇ ਪੂਰੇ ਪੱਕੇ ਤਰੀਕੇ ਨਾਲ ਹੱਥ ਪਾਵਾਂਗੇ, ਬੰਦ ਕਰਾਂਗੇ, ਫਿਰ ਚੱਲਣ ਨਹੀਂ ਦਿੰਦੇ, ਪੂਰੀ ਕਾਨੂੰਨੀ ਕਾਰਵਾਈ ਕਰਾਂਗੇ। ਬੜੇ ਵੱਡੇ ਵੱਡੇ ਘਰਾਂ ਦੀਆਂ ਬੱਸਾਂ ਬੰਦ ਕੀਤੀਆਂ ਤੇ ਆਉਣ ਵਾਲੇ ਦਿਨਾਂ 'ਚ ਵੀ ਬੰਦ ਹੋਣਗੀਆਂ, ਤੁਹਾਨੂੰ ਪਤਾ ਲੱਗ ਜਾਏਗਾ। ਜੇ ਕੋਈ ਨਜਾਇਜ਼ ਇਸ ਤਰ੍ਹਾਂ ਸਵਾਰੀ ਚੁੱਕੇਗਾ ਉੱਤੇ ਬਣਦੀ ਕਾਰਵਾਈ, ਭਾਵੇਂ ਉਹ ਕਿਸੇ ਵੀ ਪਰਿਵਾਰ ਨਾਲ ਰਿਲੇਟਡ ਹੋਵੇ। ਵੇਖੋ, ਜੇ ਲੋਕਾਂ ਨੇ ਆਸ ਨਾਲ ਵੋਟ ਪਾਈ ਹੈ ਤੇ ਅਸੀਂ ਕਿਸੇ ਵੱਡੇ ਘਰਾਣੇ ਤੋਂ ਜਾਂ ਵੱਡੇ ਪਰਿਵਾਰ ਤੋਂ, ਸਿਆਸੀ ਪਰਿਵਾਰ ਤੋਂ ਡਰਨ ਵਾਲੇ ਜਾਂ ਦੱਬਣ ਵਾਲੇ ਨਹੀਂ। ਆ ਜਦੋਂ ਦੀ ਕਾਰਵਾਈ ਸ਼ੁਰੂ ਹੋਈ ਆ, ਬੜੇ ਵੱਡੇ ਪਰਿਵਾਰਾਂ ਦੇ ਮੈਨੂੰ ਫੋਨ ਆਏ ਆ, ਜਿਹੜੇ ਵੱਡੇ ਘਰਾਣਿਆਂ ਦੇ, ਤੇ ਮੈਂ ਅੱਗੋਂ ਉਹਨਾਂ ਦੀਆਂ ਗੱਲਾਂ ਦਾ ਜਵਾਬ ਨਹੀਂ ਦਿੱਤਾ ਤੇ ਨਾ ਵੇਖੋ ਸਾਨੂੰ ਜਵਾਬ ਦੇਣ ਦੀ ਲੋੜ ਹੈ, ਕਿਉਂਕਿ ਅਸੀਂ ਲੋਕਾਂ ਦੇ ਨੁਮਾਇੰਦੇ ਆ, ਉਹਨਾਂ ਸਿਆਸੀ ਘਰਾਂ ਦੇ ਨੁਮਾਇੰਦੇ ਨਹੀਂ। ਇੱਕ ਆਖਰੀ ਸਵਾਲ ਰਿਲੇਟਡ ਹੈ ਇਹ ਜਿਹੜੀ ਕਿਰਾਇਆ ਉਹ ਚਾਰਜ ਕਰਦੀ 에어ਪੋਰਟ ਤੇ ਜਾਣ ਦਾ 2500 ਤੇ 2800 ਰੁਪਏ ਲੈਂਦੇ ਆ, ਤੇ ਤੁਹਾਡੀ ਟਰਾਂਸਪੋਰਟ ਦੀ ਬੱਸ 800 ਰੁਪਏ ਜਾਂਦੀ ਹੈ ਦਿੱਲੀ ਦੇ 에어ਪੋਰਟ ਤੋਂ ਬਾਹਰ। ਕੀ ਇਹ ਕੋਈ ਰੈਗੂਲੇਸ਼ਨ ਸਰਕਾਰ ਨੇ ਨਹੀਂ ਇਹਨਾਂ ਨਾਲ ਮਹਿੰਗਾ ਕਰਾਇਆ ਚਾਰਜ? ਵੇਖੋ, ਇਹਨਾਂ ਰਾਈਆਂ ਤੋਂ ਲੈਂਦੇ ਤੁਹਾਡਾ ਸਬਜੈਕਟ ਬਿਲਕੁਲ ਇਹ ਹੈਗਾ ਤੇ ਨਜਾਇਜ਼ ਹੀ ਆ। ਮੈਂ ਕੀ ਕਿਹਾ ਵੀ ਕਾਨੂੰਨ ਵੀ ਇਹਨਾਂ ਦੇ, ਸਰਕਾਰਾਂ ਵੀ ਇਹਨਾਂ ਦੀਆਂ ਆਪੇ ਸਭ ਕੁਝ ਬਣਾਈ ਗਏ, ਤੇ ਕਾਰਵਾਈ ਕਿਹਨੇ ਕਰਨੀ ਹੁੰਦੀ? ਜਿਹਦੀ ਸਰਕਾਰ ਹੋਵੇ। ਇਹਦੇ ਤੇ ਵਿਚਾਰ ਕਰਾਂਗੇ। ਜਿਹੜੀ ਤੁਸੀਂ ਗੱਲ ਕੀਤੀ ਬੜੀ ਡੂੰਘੀ ਗੱਲ ਆ ਕਿ 2500 2800 ਰੁਪਇਆ ਕਿਰਾਇਆ ਤੇ ਇੱਕ ਸਰਕਾਰੀ ਬੱਸ ਦਾ 800 ਰੁਪਇਆ। ਇਹਦੇ ਤੇ ਵਿਚਾਰ ਕਰਕੇ ਇਹਨਾਂ ਨੂੰ ਵੀ ਇਸੇ ਕਿਰਾਏ ਦੇ ਅਧੀਨ ਹੀ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਘੱਟ ਕਿਰਾਇਆ ਹੋਵੇਗਾ। ਇਹ ਨਹੀਂ ਕਿ ਇੱਕ ਪ੍ਰਾਈਵੇਟ ਘਰਾਣਾ ਉਹ ਲੁੱਟ ਕਰੀ ਜਾਵੇ। ਉਹ ਲੁੱਟ ਕਿਹਦੀ ਆ? ਪੰਜਾਬ ਦੇ ਲੋਕਾਂ ਦੀ। ਉਹ ਸਾਡੀ ਲੁੱਟ, ਸਾਡੇ ਹੀ ਭੈਣ ਭਰਾ ਨੇ, ਤੇ ਖੂਨ ਪਸੀਨੇ ਦੀ ਕਮਾਈ ਜਿਹੜੀ ਲੋਕਾਂ ਦੀ ਇਹ ਲੁੱਟ ਕੇ ਲੈ ਗਏ ਆ। ਉਹ ਸਾਰਾ ਕੁਝ ਜਲਦੀ ਇਹਨਾਂ ਤੇ ਕਾਬੂ ਕਰਾਂਗੇ ਤੇ ਇਹਨਾਂ ਨੂੰ ਨਕੇਲ ਕੱਸ ਕੇ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ। ਭੁੱਲਰ ਸਾਹਿਬ, ਇੱਕ ਕਾਂਗਰਸ ਲੀਡਰ ਤੇ ਗਾਇਕ ਸਿੱਧੂ ਮੂਸੇਵਾਲਾ, ਉਹ ਅੱਜ ਨਵਾਂ ਇੱਕ ਉਹਨੇ ਗਾਣਾ ਕੱਢਿਆ। ਉਹ ਸਿੱਧੇ ਤੌਰ ਤੇ ਲੋਕਾਂ ਨੂੰ ਗਦਾਰ ਦੱਸਿਆ ਕਿ ਲੋਕਾਂ ਨੇ ਮੈਨੂੰ ਵੀ ਹਰਾਤਾ, ਕਹਿੰਦਾ ਕਿਸਾਨਾਂ ਨੂੰ ਵੀ ਹਰਾਤਾ, ਬੀਬੀ ਖਾਲੜਾ ਦਾ ਨਾਮ ਸਿੱਧੇ ਤੌਰ ਤੇ ਗਦਾਰ ਕਿਹਾ ਲੋਕਾਂ ਨੂੰ। ਵੇਖੋ, ਜਿਹੜਾ ਪੰਜਾਬ ਦੀ ਸੰਗਤ ਨੇ ਫਤਵਾ ਦਿੱਤਾ, ਬੜੇ ਸਿਆਣੇ ਤੇ ਸਿੰਸੀਅਰ ਨੇ ਲੋਕ। ਜੇ ਕੇਜਰੀਵਾਲ ਜੀ ਨੇ ਪੰਜਾਬ ਦੇ ਲੋਕਾਂ ਦੀ ਬਾਹ ਫੜਨ ਬਾਰੇ ਸੋਚਿਆ ਤੇ ਲੋਕ ਵੀ ਸਿਆਣੇ ਨੇ ਕਿ ਦਿੱਲੀ 'ਚ ਜੇ ਚੰਗੇ ਕੰਮ ਹੋਏ ਇੱਥੇ ਵੀ ਚੰਗੇ ਹੋਣਗੇ। ਜਿਹੜੇ ਇੱਕ ਵਿਅਕਤੀ ਲੋਕਾਂ ਨੂੰ ਮਾੜਾ ਦੱਸ ਰਿਹਾ, ਮੈਨੂੰ ਲੱਗਦਾ ਉਹ ਦਿਮਾਗੀ ਸੰਤੁਲਨ ਵਿਗੜਨ ਦੀਆਂ ਨਿਸ਼ਾਨੀਆਂ ਨੇ। ਇਦਾਂ ਨਹੀਂ ਕਹਿਣਾ ਚਾਹੀਦਾ। ਜੋ ਲੋਕਾਂ ਦਾ ਫਤਵਾ, ਵੇਖੋ ਵੱਡੇ ਲੀਡਰਾਂ ਨੇ ਸਵੀਕਾਰ ਕੀਤਾ, ਉਹਨਾਂ ਕਿਹਾ ਲੋਕਾਂ ਦਾ ਫਤਵਾ, ਤੇ ਲੋਕਾਂ ਦੇ ਫਤਵੇ ਨੂੰ ਸਵੀਕਾਰ ਕਰਨਾ ਚਾਹੀਦਾ। ਜਿਹੜਾ ਪੰਜਾਬ ਦੀ ਸੰਗਤ ਨੂੰ ਇਸ ਤਰ੍ਹਾਂ ਦੱਸ ਰਿਹਾ, ਮੈਨੂੰ ਨਹੀਂ ਲੱਗਦਾ ਕਿ ਉਹਦਾ ਦਿਮਾਗੀ ਸੰਤੁਲਨ ਬਿਲਕੁਲ ਠੀਕ ਹੋਵੇਗਾ। ਪਿਛਲੇ ਸਮੇਂ 'ਚ ਉਹਦੇ ਖਿਲਾਫ ਇੱਕ ਕੇਸ ਦਰਜ ਹੋਇਆ ਸੀ ਜਿਹੜਾ ਫਾਇਰਿੰਗ ਕਰਨ ਦਾ, ਜਦ ਕਿ ਬਾਅਦ ਦੇ ਵਿੱਚ ਉਹ ਟੋਏ ਗਨ ਬਣ ਗਈ ਸੀਗੀ। ਕੀ ਤੁਸੀਂ ਉਸ ਕੇਸ ਨੂੰ ਰੀਓਪਨ ਕਰਵਾ ਕੇ ਉਹਦੀ ਦੁਬਾਰਾ ਜਾਂਚ ਹੋ ਸਕਦੀ ਹੈ ਕਿ ਕੀ ਵਾਕਈ ਉਹ ਟੋਏ ਗਨ ਸੀ ਜਾਂ ਫਿਰ ਉਹ ਪਿਛਲੀ ਸੱਤਾ ਦੇ ਵਿੱਚ ਨਜ਼ਦੀਕੀਆਂ ਦਾ ਫਾਇਦਾ ਚੁੱਕ ਕੇ ਬਾਹਰ ਆਏ? ਦੇਖੋ, ਜਿਹੜੀਆਂ ਇਹ ਸਰਕਾਰਾਂ ਰਹੀਆਂ ਸਮੇਂ ਤੇ ਉਹ ਆਪਣਿਆਂ ਨੂੰ ਫਾਇਦੇ ਦਿੰਦੀਆਂ ਰਹੀਆਂ, ਭਾਵੇਂ ਉਹਨਾਂ ਗੋਲੀਆਂ ਚਲਾਈਆਂ ਜਾਂ ਕਬਜ਼ੇ ਕੀਤੇ, ਧੱਕੇਸ਼ਾਹੀਆਂ ਕੀਤੀਆਂ, ਲੈਂਡ ਮਾਫੀਆ, ਸੈਂਡ ਮਾਫੀਆ, ਉਹ ਸਾਰਾ ਕੁਝ ਇਹਨਾਂ ਦਾ ਹੀ ਚੱਲਦਾ ਰਿਹਾ। ਇਹ ਤੁਹਾਡੀ ਵਧੀਆ ਤੁਸੀਂ ਸਵਾਲ ਕੀਤਾ। ਵਾਕਈ ਉਹ ਵੀ ਇਨਕੁਆਇਰੀ ਕਰਾ ਕੇ ਰੀਓਪਨ ਕਰਾਂਗੇ ਕੇਸ ਵੀ ਉਹਦੇ 'ਚ ਟਵਾਏ ਗਨ ਸੀ ਜਾਂ ਉਹ ਵਾਕਈ ਇੱਕ 47 ਸੀ ਜਿਹਦੇ ਨਾਲ ਗੋਲੀਆਂ ਚਲਾਈਆਂ ਗਈਆਂ। ਵੇਖੋ, ਨਿਆਂ ਹੋਣਾ ਚਾਹੀਦਾ ਲੋਕਾਂ ਦੇ ਨਾਲ। ਜੇ ਕਿਸੇ ਨੇ ਸ਼ਿਕਾਇਤ ਕੀਤੀ ਆ ਤੇ ਉਹਦਾ ਕੇਸ ਦਾ ਨਿਪਟਾਰਾ ਵੀ ਹੋਵੇਗਾ।